Hello students, in this lecture we will learn to find the index number which is deflated. So deflating of index number ਕੀ ਹੁੰਦਾ ਹੈ ਕਿ ਜਦੋਂ ਅਸੀਂ ਮਨੀ ਇਨਕਮ ਦੇ ਇਨਕਰੀਜ਼ ਜਾਂ ਡਿਕਰੀਜ਼ ਹੋਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਨੋਮੀਨਲ ਟਰਮਸ ਦੇ ਵਿੱਚ ਉਹਨੂੰ ਦੇਖਦੇ ਹਾਂ ਕਿ ਦੈਟ ਮੀਨਸ ਕਿ ਐਬਸੋਲਿਊਟ ਫਾਰਮ ਦੇ ਵਿੱਚ ਅਗਰ ਦੇਖੀਏ ਕਿ ਕਿੰਨਾ ਇਨਕਰੀਜ਼ ਹੋਇਆ ਜੇ ਸਪੋਜ਼ ਕਿਸੇ ਦੀ ਕੋਈ ਸੈਲਰੀ ਆ ਜਾਂ ਇਨਕਮ ਆ ਉਹ 10,000 ਆ ਉਹ ਹੁਣ ਇਨਕਰੀਜ਼ ਹੋ ਕੇ ਹੋ ਗਈ ਆ 15,000 ਲੇਕਿਨ ਕੱਲਾ ਮਨੀ ਇਨਕਮ ਇਨਕਰੀਜ਼ ਹੋਣਾ ਜਾਂ ਨੋਮੀਨਲ ਇਨਕਮ ਇਨਕਰੀਜ਼ ਹੋਣ ਦੇ ਨਾਲ ਕੀ ਅਸਲ ਦੇ ਵਿੱਚ ਪਰਸਨ ਦੀ ਇਨਕਮ ਇਨਕਰੀਜ਼ ਹੋਈ ਆ ਜਾਂ ਨਹੀਂ ਰੀਅਲ ਇਨਕਮ ਇਨਕਰੀਜ਼ ਹੋਈ ਆ ਜਾਂ ਨਹੀਂ ਇਹ ਚੈੱਕ ਕਰਨ ਦੇ ਲਈ ਅਸੀਂ ਡਿਫਲੇਟਿੰਗ ਕਰਦੇ ਹਾਂ ਇੰਡੈਕਸ ਨੰਬਰ ਦੀ ਦੈਟ ਮੀਨਸ ਕਿ ਉਹਨੂੰ ਜੋ ਸਾਡੇ ਕੋਲ ਮਨੀ ਇਨਕਮ ਆ ਨੋਮੀਨਲ ਇਨਕਮ ਆ ਉਹਨੂੰ ਅਸੀਂ ਇਕੋਨਮੀ ਦੇ ਵਿੱਚ ਇਨਫਲੇਸ਼ਨ ਦੇ ਅਕੋਰਡਿੰਗ ਪ੍ਰਾਈਸ ਇੰਡੈਕਸ ਦੇ ਨਾਲ ਐਡਜਸਟ ਕਰਕੇ ਰੀਅਲ ਇਨਕਮ ਫਾਈਂਡ ਕਰਦੇ ਹਾਂ ਹੁਣ ਰੀਅਲ ਇਨਕਮ ਦਾ ਮਤਲਬ ਹੁੰਦਾ ਆ ਕਿ ਅਸਲ ਦੇ ਵਿੱਚ ਉਹਨਾਂ ਪੈਸਿਆਂ ਦੇ ਨਾਲ ਅਸੀਂ ਸਾਡੀ ਪਰਚੇਜ਼ਿੰਗ ਪਾਵਰ ਕਿੰਨੀ ਆ ਹੁਣ ਸਪੋਜ਼ ਅਗਰ ਤਨਖਾਹ ਵੱਧ ਕੇ ਜਾਂ ਇਨਕਮ ਵੱਧ ਕੇ ਤੇ ਹੋ ਗਈ 10,000 ਤੋਂ 15,000 ਲੇਕਿਨ ਨਾਲ ਦੀ ਨਾਲ ਹੀ ਇਕੋਨਮੀ ਦੇ ਵਿੱਚ ਅਗਰ ਪ੍ਰਾਈਸਿਸ ਵੀ ਚੀਜ਼ਾਂ ਦੇ ਇਨਕਰੀਜ਼ ਹੋ ਗਏ ਦੈਟ ਮੀਨਸ ਕਿ ਇਨਫਲੇਸ਼ਨ ਇਨਕਰੀਜ਼ ਹੋ ਗਈ ਤਾਂ ਉਹਦੇ ਨਾਲ ਕੀ ਹੋਏਗਾ ਕਿ ਪਰਚੇਜ਼ਿੰਗ ਪਾਵਰ ਥੋੜੀ ਇਨਕਰੀਜ਼ ਹੋਏਗੀ ਪਰਸਨ ਦੀ ਹੁਣ ਜਿੰਨਾ ਸਮਾਨ ਪਰਸਨ ਪਹਿਲਾਂ 10,000 'ਚ ਖਰੀਦ ਪਾਉਂਦਾ ਸੀ ਉਨਾ ਹੀ ਸਮਾਨ ਹੁਣ ਕਿਉਂਕਿ ਇਨਫਲੇਸ਼ਨ ਹੋ ਗਈ ਆ ਇਕੋਨਮੀ 'ਚ ਗੁੱਡਸ ਐਂਡ ਸਰਵਿਸਿਜ਼ ਮਹਿੰਗੀਆਂ ਹੋ ਗਈਆਂ ਤਾਂ ਉਨਾ ਚੀਜ਼ਾਂ ਹੀ ਉਹ ਹੁਣ 15,000 ਨਾਲ ਖਰੀਦ ਪਾਏਗਾ ਦੈਟ ਮੀਨਸ ਕਿ ਨੈਟ ਇਨਕਰੀਜ਼ ਕੁਛ ਨਹੀਂ ਹੋਇਆ ਉਹਦੀ ਇਨਕਮ 'ਚ ਬੇਸ਼ੱਕ ਮਨੀ ਇਨਕਮ ਜਾਂ ਨੋਮੀਨਲ ਇਨਕਮ ਉਹਦੀ ਇਨਕਰੀਜ਼ ਹੋ ਗਈ ਬਟ ਰੀਅਲ ਇਨਕਮ ਇਨਕਰੀਜ਼ ਨਹੀਂ ਹੋਈ ਬਿਕਾਜ਼ ਉਹਦੀ ਪਰਚੇਜ਼ਿੰਗ ਪਾਵਰ ਇਨਕਰੀਜ਼ ਨਹੀਂ ਹੋਈ ਤਾਂ ਰੀਅਲ ਇਨਕਮ ਇਨਕਰੀਜ਼ ਹੋਣ ਦਾ ਮਤਲਬ ਹੁੰਦਾ ਆ ਕਿ ਪਰਸਨ ਦੀ ਜਿਹੜੀ ਆ ਪਰਚੇਜ਼ਿੰਗ ਪਾਵਰ ਆ ਉਹ ਇਨਕਰੀਜ਼ ਹੋਵੇ ਸੋ ਇਹ ਇਫੈਕਟ ਦੇਖਣ ਲਈ ਕਿ ਕੀ ਉਹ ਜਿਹੜੀ ਮਨੀ ਇਨਕਮ ਹੈਗੀ ਆ ਉਹਦੇ ਵਿੱਚ ਚੇਂਜ ਆਉਣ ਨਾਲ ਪ੍ਰਾਈਸ ਇੰਡੈਕਸ ਦੇ ਅਕੋਰਡਿੰਗ ਕੀ ਅਸਲ 'ਚ ਰੀਅਲ ਇਨਕਮ ਦੇ ਵਿੱਚ ਕੋਈ ਇਨਕਰੀਜ਼ ਡਿਕਰੀਜ਼ ਆਇਆ ਜਾਂ ਨਹੀਂ ਆਇਆ ਇਹ ਹੀ ਅਸੀਂ ਇਹ ਡਿਫਲੇਟਿੰਗ ਆਫ ਇੰਡੈਕਸ ਨੰਬਰ ਦੇ ਨਾਲ ਦੇਖ ਸਕਦੇ ਹਾਂ ਕਿ ਜਦੋਂ ਅਸੀਂ ਇੰਡੈਕਸ ਨੰਬਰ ਨੂੰ ਡਿਫਲੇਟ ਕਰ ਲੈਂਦੇ ਹਾਂ ਪ੍ਰਾਈਸ ਇੰਡੈਕਸਿਸ ਦੇ ਨਾਲ ਤਾਂ ਫਿਰ ਸਾਡੇ ਕੋਲ ਰੀਅਲ ਇਨਕਮ ਦੇ ਉੱਪਰ ਜਿਹੜਾ ਇਫੈਕਟ ਹੈਗਾ ਉਹ ਸਾਨੂੰ ਮਿਲ ਜਾਂਦਾ ਆ ਹੁਣ ਇਸ ਤਰ੍ਹਾਂ ਦੀ ਹੀ ਇੱਕ ਐਗਜ਼ਾਮਪਲ ਇੱਥੇ ਅਸੀਂ ਡਿਸਕਸ ਕਰਾਂਗੇ ਜਿਹਦੇ ਵਿੱਚ ਸਾਨੂੰ ਵੇਜਿਸ ਦਿੱਤੀਆਂ ਆ ਦੈਟ ਮੀਨਸ ਕਿ ਇਨਕਮ ਮਨੀ ਇਨਕਮ ਗਿਵਨ ਆ ਹੁਣ ਇਹ ਮਨੀ ਇਨਕਮ ਨੂੰ ਪ੍ਰਾਈਸ ਇੰਡੈਕਸ ਨਾਲ ਡਿਵਾਈਡ ਕਰਕੇ ਇਨਟੂ 100 ਕਰਕੇ ਅਸੀਂ ਜਿਹੜੀਆਂ ਰੀਅਲ ਇਨਕਮ ਆ ਉਹ ਫਾਈਂਡ ਕਰ ਲਾਂਗੇ ਰੇਸ਼ੋ ਫਾਈਂਡ ਕਰ ਲਾਂਗੇ ਤਾਂ ਹੁਣ ਇੱਥੇ ਸਾਡੇ ਕੋਲ ਵੇਜਿਸ ਐਂਡ ਪ੍ਰਾਈਸ ਇੰਡੈਕਸ ਗਿਵਨ ਆ ਇਹਨਾਂ ਦੋਵਾਂ ਚੀਜ਼ਾਂ ਤੋਂ ਅਸੀਂ ਰੀਅਲ ਵੇਜਿਸ ਫਾਈਂਡ ਕਰ ਲਾਂਗੇ ਜਾਂ ਜਿਹਨੂੰ ਅਸੀਂ ਰੀਅਲ ਇਨਕਮ ਬੋਲਦੇ ਹਾਂ ਉਹਦੇ ਤੋਂ ਅਸੀਂ ਫਿਰ ਇੰਡੈਕਸ ਨੰਬਰ ਫਾਈਂਡ ਕਰ ਸਕਦੇ ਹਾਂ ਰੀਅਲ ਵੇਜ ਇੰਡੈਕਸ ਨੰਬਰ ਜਾਂ ਰੀਅਲ ਇਨਕਮ ਇੰਡੈਕਸ ਨੰਬਰ ਕਿਸੇ ਵੀ ਸਾਲ ਦੇ ਪ੍ਰਾਈਸ ਇੰਡੈਕਸ ਨੂੰ ਬੇਸ ਈਅਰ ਲੈ ਕੇ ਕਿਉਂਕਿ ਪਰਚੇਜ਼ਿੰਗ ਪਾਵਰ ਜਦੋਂ ਅਸੀਂ ਚੈੱਕ ਕਰਨੀ ਤਾਂ ਸਾਨੂੰ ਇੱਕ ਕੌਨਸਟੈਂਟ ਵੈਲਿਊ ਤਾਂ ਚਾਹੀਦੀ ਹੈ ਜਿਹਦੇ ਨਾਲ ਅਸੀਂ ਕੰਪੇਅਰ ਕਰ ਸਕੀਏ ਕਿ ਇਹਦੇ ਮੁਕਾਬਲੇ ਇਸ ਈਅਰ ਦੇ ਮੁਕਾਬਲੇ ਇਹ ਵਧੀ ਆ ਜਾਂ ਘਟੀ ਆ ਤਾਂ ਇਸ ਕਰਕੇ ਅਸੀਂ ਇੱਕ ਬੇਸ ਈਅਰ ਲੈ ਕੇ ਫਿਰ ਅਸੀਂ ਫਿਕਸ ਜਿੱਦਾਂ ਐਕਸਚੇਂਜ ਫਿਕਸ ਇੰਡੈਕਸ ਨੰਬਰ ਫਾਈਂਡ ਕਰਦੇ ਸੀਗੇ ਇਸੇ ਤਰ੍ਹਾਂ ਇਹਦੇ ਵਿੱਚ ਵੀ ਫਿਕਸਡ ਬੇਸ ਦੇ ਨਾਲ ਹੀ ਅਸੀਂ ਫਿਰ ਰੀਅਲ ਵੇਜਿਸ ਜਾਂ ਰੀਅਲ ਇਨਕਮ ਫਾਈਂਡ ਕਰਦੇ ਹਾਂ ਹੁਣ ਇੱਥੇ ਜਿਹੜੀ ਇੱਕ ਸਾਡੇ ਕੋਲ ਐਗਜ਼ਾਮਪਲ ਹੈ ਉਹਦੇ ਵਿੱਚ ਸਾਡੇ ਕੋਲ ਕੁਛ ਈਅਰਸ ਦੇ ਲਈ ਸਾਡੇ ਕੋਲ ਵੇਜਿਸ ਦਿੱਤੀਆਂ ਰੁਪੀਸ ਦੇ ਵਿੱਚ ਐਂਡ ਦੈਨ ਸਾਨੂੰ ਨਾਲ ਦਿੱਤਾ ਆ ਪ੍ਰਾਈਸ ਇੰਡੈਕਸ ਇਹਦੇ ਤੋਂ ਅਸੀਂ ਦੋ ਚੀਜ਼ਾਂ ਕੈਲਕੂਲੇਟ ਕਰਾਂਗੇ ਇੱਕ ਤੇ ਰੀਅਲ ਵੇਜਿਸ ਉਹ ਅਸੀਂ ਕਿਸ ਤਰ੍ਹਾਂ ਕਰਨੀ ਆ ਮਨੀ ਇਨਕਮ ਦੀ ਜਗ੍ਹਾ 'ਤੇ ਰੀਅਲ ਵੇਜ ਜੋ ਵੀ ਸਾਡੇ ਕੋਲ ਮਨੀ ਵੇਜਿਸ ਆ ਓਵਰ ਪ੍ਰਾਈਸ ਇੰਡੈਕਸ ਇਨਟੂ 100 ਕਰਕੇ ਐਂਡ ਦੈਨ ਅਸੀਂ ਫਾਈਂਡ ਕਰਾਂਗੇ ਉਹਦੇ ਤੋਂ ਰੀਅਲ ਵੇਜ ਇੰਡੈਕਸ ਨੰਬਰ ਹੁਣ ਉਹ ਇੰਡੈਕਸ ਨੰਬਰ ਜਦੋਂ ਅਸੀਂ ਫਾਈਂਡ ਕਰਨਾ ਤਾਂ ਉਹਦੇ ਲਈ ਇੱਥੇ ਅਸੀਂ ਬੇਸ ਈਅਰ ਜਿਹੜਾ ਆ 2009 ਯੂਜ਼ ਕਰਾਂਗੇ ਸੋ ਇੱਥੇ ਐਗਜ਼ਾਮਪਲ ਦੇ ਵਿੱਚ ਸਾਡੇ ਕੋਲ ਈਅਰ ਵੇਜਿਸ ਐਂਡ ਪ੍ਰਾਈਸ ਦਿੱਤੇ ਆ ਹੁਣ ਰੀਅਲ ਵੇਜਿਸ ਦਾ ਅਸੀਂ ਕੀ ਫਾਰਮੂਲਾ ਅਪਲਾਈ ਕਰਾਂਗੇ ਕਿ 2009 ਦੇ ਲਈ ਸਾਡੇ ਕੋਲ ਵੇਜ ਹੈਗੀ 800 ਓਵਰ ਪ੍ਰਾਈਸ ਇੰਡੈਕਸ ਇਨਟੂ 100 ਇਹ ਸਾਡੇ ਕੋਲ ਵੈਲਿਊ ਕਿੰਨੀ ਆ ਗਈ 800 ਦੂਸਰੇ ਈਅਰ ਦੇ ਲਈ 2010 ਦੇ ਲਈ ਸਾਡੇ ਕੋਲ ਵੇਜਿਸ ਹੈ 819 divided by price index that is 105 into 100 ਇਹਦੀ ਵੈਲਿਊ ਸਾਡੇ ਕੋਲ ਆ ਗਈ 780 ਇਸੇ ਤਰ੍ਹਾਂ ਕਰਕੇ ਅਸੀਂ ਬਾਕੀ ਈਅਰਸ ਦੇ ਲਈ ਵੀ ਜਦੋਂ ਵੈਲਿਊ ਫਾਈਂਡ ਕੀਤੀ ਇਹ ਵੈਲਿਊ ਸਾਡੇ ਕੋਲ ਆ ਗਈਆਂ 750 730 736 670 ਐਂਡ 620
60। ਹੁਣ ਅਸੀਂ ਬੇਸ ਈਅਰ 2009 ਨੂੰ ਲੈ ਕੇ ਰੀਅਲ ਵੇਜ ਜਿਹੜਾ ਇੰਡੈਕਸ ਨੰਬਰ ਫਾਈਂਡ ਕਰਾਂਗੇ। ਹੁਣ ਇਹਦਾ ਇੰਡੈਕਸ ਵੈਲਿਊ ਕਿੰਨੀ ਹੈ, ਰੀਅਲ ਵੇਜਿਸ ਕਿੰਨੀ ਹੈ 800 ਡਿਵਾਈਡਡ ਬਾਈ ਬੇਸ ਈਅਰ ਦੀ ਵੈਲਿਊ ਕਿੰਨੀ ਆ 800 ਹੀ ਆ ਸਾਡੇ ਕੋਲ ਆਈ ਇੰਟੂ 100, ਇਹ ਸਾਡੇ ਕੋਲ ਕਿੰਨਾ ਆ ਗਿਆ 100। ਹੁਣ ਦੂਜੇ ਦੇ ਵਿੱਚ 780 780 ਆ ਵੈਲਿਊ ਸਾਡੇ ਕੋਲ, ਤੇ ਬੇਸ ਈਅਰ ਦੀ ਵੈਲਿਊ ਕਿੰਨੀ ਆ 800 ਰੀਅਲ ਐਂਡ ਇੰਟੂ 100, ਇਹ ਸਾਡੇ ਕੋਲ ਆ ਗਿਆ 97.5। ਇੱਦਾਂ ਹੀ ਹੁਣ ਅੱਗੇ ਅਸੀਂ ਸਾਰੀਆਂ ਵੈਲਿਊ 750 ਡਿਵਾਈਡਡ ਬਾਈ 800 ਇੰਟੂ 100 ਇਸ ਤਰ੍ਹਾਂ ਕਰਕੇ ਸਾਡੇ ਕੋਲ ਜਿਹੜੀਆਂ ਇਹ ਸਾਰੀਆਂ ਵੈਲਿਊਜ਼ ਆ ਗਈਆਂ 93.5 91.25 92 83.75 ਐਂਡ 82.5। ਸੋ ਇਸ ਤਰ੍ਹਾਂ ਹੀ ਸਿੰਪਲ ਜਿਹੇ ਫਾਰਮੂਲੇ ਦੇ ਨਾਲ ਅਸੀਂ ਰੀਅਲ ਇਨਕਮ ਜਾਂ ਰੀਅਲ ਵੇਜ ਇੰਡੈਕਸ ਜਿਹੜਾ ਆ ਉਹ ਫਾਈਂਡ ਕਰ ਸਕਦੇ ਹਾਂ। ਨੈਕਸਟ ਟੌਪਿਕ ਹੈ ਸਾਡਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੰਬਰ ਔਰ ਕਾਸਟ ਆਫ ਲਿਵਿੰਗ ਇੰਡੈਕਸ ਨੰਬਰ। ਹੁਣ ਕੀ ਹੁੰਦਾ ਹੈ ਕਿ ਇੰਡੈਕਸ ਨੰਬਰਸ ਅਸੀਂ ਵੈਸੇ ਕੀ ਕਰਦੇ ਕਿ ਕਿਉਂ ਫਾਈਂਡ ਕਰਦੇ, ਇਹਨਾਂ ਦੀ ਯੂਜ਼ਫੁਲਨੈਸ ਕੀ ਹੈਗੀ ਆ ਕਿ ਇਹ ਸਾਨੂੰ ਅਲਟੀਮੇਟਲੀ ਜਿਹੜਾ ਚੇਂਜ ਹੈਗਾ ਆ ਪ੍ਰਾਈਸਿਸ ਦੇ ਵਿੱਚ, ਐਵਰੇਜ ਚੇਂਜ ਅਲੱਗ-ਅਲੱਗ ਚੀਜ਼ਾਂ ਦੇ ਵਿੱਚ, ਉਹ ਸਾਨੂੰ ਦੱਸਦੇ ਆ ਕਿ ਇੰਡੈਕਸ ਨੰਬਰ ਕਿ ਕਿਉਂਕਿ ਅਲਟੀਮੇਟਲੀ ਜਿਹੜੇ ਪ੍ਰਾਈਸਿਸ ਆ ਚੀਜ਼ਾਂ ਦੇ ਉਹ ਕਿਹਨੇ ਪੇ ਕਰਨੇ ਹੁੰਦੇ, ਕੰਜ਼ਿਊਮਰਸ ਨੇ ਪੇ ਕਰਨੇ ਆ, ਅਤੇ ਕੰਜ਼ਿਊਮਰਸ ਨੂੰ ਉਹ ਪੇ ਕਰਨ ਦੇ ਲਈ ਹੁਣ ਦੇਖੋ ਇਫੈਕਟ ਪਏਗਾ ਓਬਵੀਅਸਲੀ, ਅਗਰ ਪ੍ਰਾਈਸਿਸ ਚੇਂਜ ਹੋ ਰਹੇ ਆ ਉਹਨਾਂ ਦੀ ਜਿਹੜੀ ਕਾਸਟ ਆਫ ਲਿਵਿੰਗ ਆ ਉਹ ਚੇਂਜ ਹੋਏਗੀ। ਸੋ ਇਸ ਕਰਕੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਇਹਨੂੰ ਅਸੀਂ ਕਾਸਟ ਆਫ ਲਿਵਿੰਗ ਇੰਡੈਕਸ ਵੀ ਬੋਲ ਦਿੰਦੇ ਹਾਂ। ਦੈਟ ਮੀਨਸ ਕਿ ਪ੍ਰਾਈਸਿਸ ਦੇ ਚੇਂਜ ਹੋਣ ਦੇ ਨਾਲ ਕਿਸ ਤਰ੍ਹਾਂ ਇੱਕ ਸਪੈਸੀਫਿਕ ਕਲਾਸ ਕੰਜ਼ਿਊਮਰ ਦੀ ਜਿਹੜੀ ਆ ਉਹਦੇ 'ਤੇ ਕਿਸ ਤਰ੍ਹਾਂ ਇੰਪੈਕਟ ਪੈਂਦਾ। ਵੈਸੇ ਇੰਡੈਕਸ ਨੰਬਰਸ ਅਸੀਂ ਓਵਰਆਲ ਕਿਸੇ ਵੀ ਜਿਹੜਾ ਇੱਕ ਜਨਰਲ ਪ੍ਰਾਈਸ ਲੈਵਲ ਆ ਉਹਨੂੰ ਉਹਦੇ ਵਿੱਚ ਚੇਂਜ ਨੂੰ ਵੀ ਮੈਜਰ ਕਰਦੇ ਹਾਂ, ਲੇਕਿਨ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਕਸਟਮਰ ਜਿਹੜੇ ਜਾਂ ਕੰਜ਼ਿਊਮਰ ਆ ਉਹਨਾਂ ਦੀਆਂ ਅਲੱਗ-ਅਲੱਗ ਕਲਾਸਿਸ ਬਣਾ ਲੈਂਦੇ ਹਾਂ ਕਿ ਅਲੱਗ-ਅਲੱਗ ਕਲਾਸਿਸ ਨੂੰ ਰਿਪਰੈਜ਼ੈਂਟ ਕਰਨ ਵਾਲੇ ਸਪੈਸੀਫਿਕ ਕੁਛ ਜਿਹੜੇ ਕੰਜ਼ਿਊਮਰ ਆ ਉਹਨਾਂ ਦੇ ਲਈ ਅਸੀਂ ਪ੍ਰਾਈਸ ਇੰਡੈਕਸ ਡਿਸਕਸ ਕਰਨਾ ਆ। ਉਹਦੇ ਲਈ ਫਾਈਂਡ ਕਰਨਾ ਆ ਕਿ ਇੱਕ ਪਰਟੀਕੂਲਰ ਸੈਕਸ਼ਨ ਆਫ ਕੰਜ਼ਿਊਮਰਸ ਆ ਉਹ ਕਿਹੜੀਆਂ ਚੀਜ਼ਾਂ ਯੂਜ਼ ਕਰਦੇ ਆ, ਉਹਨਾਂ ਦੇ ਨਾਲ ਰਿਲੇਟਿਡ ਚੀਜ਼ਾਂ ਦੇ ਪ੍ਰਾਈਸ ਦੇ ਵਿੱਚ ਕੀ ਚੇਂਜ ਆਉਣਾ, ਉਹਨਾਂ ਦੀ ਜਿਹੜੀ ਕਾਸਟ ਆਫ ਲਿਵਿੰਗ ਆ ਉਹ ਕਿੱਦਾਂ ਚੇਂਜ ਹੋਈ ਆ। ਸੋ ਇਹਦੇ ਅਸੀਂ ਕੰਜ਼ਿਊਮਰ ਗਰੁੱਪ ਬਣਾਉਣ ਲਈ ਅਲੱਗ-ਅਲੱਗ ਤਰ੍ਹਾਂ ਦੇ ਬੇਸਿਸ ਲੈ ਸਕਦੇ ਹਾਂ, ਅਲੱਗ-ਅਲੱਗ ਜਿਹੜੀ ਆ ਉਹ ਕਲਾਸੀਫਾਈ ਕਰ ਸਕਦੇ ਹਾਂ। ਕੰਜ਼ਿਊਮਰਸ ਨੂੰ ਕਲਾਸੀਫਾਈ ਕਰਨ ਦੇ ਲਈ ਉਹ ਫੂਡ ਦੇ ਬੇਸਿਸ 'ਤੇ ਹੋ ਸਕਦਾ ਕਿ ਉਹ ਫੂਡ 'ਤੇ ਕਿੰਨਾ ਖਰਚਾ ਕਰਦੇ ਆ, ਹਾਊਸਿੰਗ ਕਲੋਥ ਦੇ ਉੱਪਰ ਕਿੰਨਾ ਖਰਚ ਕਰਦੇ ਆ, ਜਾਂ ਹੋਰ ਅਨਦਰ ਮਿਸਲੇਨੀਅਸ ਕੀ ਉਹਨਾਂ ਦੇ ਖਰਚੇ ਆ। ਤਾਂ ਕੁਛ ਬੇਸਿਕ ਜਿਹੜੀਆਂ ਚੀਜ਼ਾਂ ਹੈਗੀਆਂ ਆ ਖਰਚੇ ਦੇ ਲਈ ਅਸੀਂ ਉਹਨਾਂ ਦੀ ਗਰੁੱਪਿੰਗ ਕਰਕੇ ਉਹਦੇ ਅਕੋਰਡਿੰਗ ਕੰਜ਼ਿਊਮਰਸ ਦਾ ਜਿਹੜਾ ਆ ਉਹ ਕੈਟੇਗਰਾਈਜ਼ ਉਹਨਾਂ ਨੂੰ ਕਰ ਸਕਦੇ ਹਾਂ। ਹੁਣ ਇਹ ਕੰਜ਼ਿਊਮਰਸ ਨੂੰ ਕੈਟੇਗਰਾਈਜ਼ ਕਰਕੇ ਉਹਨਾਂ ਦਾ ਇਹ ਕਾਸਟ ਆਫ ਲਿਵਿੰਗ ਇੰਡੈਕਸ ਫਾਈਂਡ ਕਰਨ ਦੇ ਨਾਲ ਕੀ ਹੈਲਪ ਮਿਲਦੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਫੰਕਸ਼ਨਸ ਜਿਹੜੇ ਆ ਉਹਨਾਂ ਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈਲਪ ਕਰਦੇ। ਸਪੋਜ਼ ਕਿਸੇ ਜੋਬ ਦੇ ਲਈ ਸੈਲਰੀਜ਼ ਤੈਅ ਕਰਨੀਆਂ ਕਿ ਕਿਸੇ ਪਰਟੀਕੂਲਰ ਇੰਪਲੋਈਜ਼ ਦੇ ਲਈ, ਜਿੱਦਾਂ ਕਿ ਪਰਟੀਕੂਲਰ ਡੈਜ਼ਿਗਨੇਸ਼ਨ ਜਾਂ ਰੈਂਕ ਵਾਲੇ ਇੰਪਲੋਈਜ਼ ਦੀ ਕਿੰਨੀ ਸੈਲਰੀ ਹੋਏਗੀ, ਜਾਂ ਉਹਨਾਂ ਤੋਂ ਅਬਵ ਜਾਂ ਉਹਨਾਂ ਤੋਂ ਬਿਲੋ ਵਾਲੇ ਡੈਜ਼ਿਗਨੇਸ਼ਨਸ ਦੀ ਇੰਪਲੋਈਜ਼ ਦੀ ਸੈਲਰੀ ਕਿੰਨੀ ਹੋਏਗੀ। ਹੁਣ ਉਹਦੇ ਵਿੱਚ ਇਹ ਚੀਜ਼ ਹੈਲਪ ਕਰ ਸਕਦੀ ਕਿ ਉਹਨਾਂ ਦਾ ਲਾਈਫ ਜਿਹੜਾ ਸਟਾਈਲ ਹੈ ਜਾਂ ਸਟੈਂਡਰਡ ਆਫ ਲਿਵਿੰਗ ਕਿੱਦਾਂ ਦਾ ਹੁੰਦਾ, ਕਿਸ ਕਲਾਸ ਦੇ ਕੰਜ਼ਿਊਮਰ ਉਹ ਹੋ ਸਕਦੇ ਆ, ਔਰ ਕਿੰਨਾ ਕੁ ਉਹਨਾਂ ਦਾ ਜਿਹੜਾ ਕਾਸਟ ਆਫ ਲਿਵਿੰਗ ਹੋਏਗਾ। ਉਹਦੇ ਤੋਂ ਫਿਰ ਅੱਗੇ ਜਿਹੜਾ ਇਹ ਹੈਲਪ ਮਿਲ ਸਕਦੀ ਆ ਮੈਜਰ ਕਰਨ ਦੇ ਵਿੱਚ ਕਿ ਉਹਨਾਂ ਦੀਆਂ ਸੈਲਰੀਜ਼ ਨੂੰ ਇਨਕਰੀਜ਼ ਕਰਨਾ ਕਿ ਨਹੀਂ, ਕਿ ਪ੍ਰਾਈਸ ਦੇ ਵਿੱਚ ਚੇਂਜਿਸ ਆ ਰਹੇ ਆ, ਉਹਨਾਂ ਦੇ ਕਾਸਟ ਆਫ ਲਿਵਿੰਗ ਦੇ ਅਕੋਰਡਿੰਗ ਹੁਣ ਕਿੰਨੀ ਕੁ ਸੈਲਰੀ ਇਨਕਰੀਜ਼ ਕਰਨੀ ਚਾਹੀਦੀ, ਡਿਕਰੀਜ਼ ਕਰਨੀ ਚਾਹੀਦੀ, ਜਾਂ ਕਿੰਨੀ ਕੁ ਫਿਕਸ ਕਰਨੀ ਚਾਹੀਦੀ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਇਹ ਜਿਹੜੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਉਹ ਹੈਲਪ ਕਰਦੇ ਆ। ਹੁਣ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਜਾਂ ਕਾਸਟ ਆਫ ਲਿਵਿੰਗ ਇੰਡੈਕਸ ਦੀ ਹੈਲਪ ਦੇ ਨਾਲ ਅਸੀਂ ਪਰਚੇਜ਼ਿੰਗ ਪਾਵਰ ਆਫ ਮਨੀ ਵੀ ਫਾਈਂਡ ਕਰ ਸਕਦੇ ਹਾਂ। ਦੇਖੋ ਪਿਛਲੇ ਕੰਸੈਪਟ ਡਿਫਲੇਟਿੰਗ ਆਫ ਇੰਡੈਕਸ ਨੰਬਰ ਦੇ ਵਿੱਚ ਵੀ ਗੱਲ ਕੀਤੀ ਕਿ ਰੀਅਲ ਵੇਜ ਨੂੰ ਜਾਂ ਰੀਅਲ ਇਨਕਮ ਨੂੰ ਵਧੀ ਹੋਈ ਅਸੀਂ ਤਾਂ ਹੀ ਇਨਕਰੀਜ਼ ਕਹਿ ਸਕਦੇ ਹਾਂ ਕਿ ਜੇ ਪਰਚੇਜ਼ਿੰਗ ਪਾਵਰ ਉਹਦੇ ਨਾਲ ਵਧੇ। ਹੁਣ ਪਰਚੇਜ਼ਿੰਗ ਪਾਵਰ ਕੀ ਆ, ਉਹਦਾ ਮਤਲਬ ਕੀ ਆ ਕਿ ਉਸ ਪੈਸੇ ਦੇ ਨਾਲ ਅਸੀਂ ਕਿੰਨੀ ਚੀਜ਼ ਖਰੀਦ ਪਾ ਰਹੇ ਹਾਂ। ਤਾਂ ਉਹ ਪਰਚੇਜ਼ਿੰਗ ਪਾਵਰ ਅਸੀਂ ਇਸ ਇੰਡੈਕਸ ਦੀ ਹੈਲਪ ਨਾਲ ਫਾਈਂਡ ਕਰ ਸਕਦੇ ਹਾਂ। ਉਹਦਾ ਫਾਰਮੂਲਾ ਕੀ ਆ, 1 ਕਾਸਟ ਆਫ ਲਿਵਿੰਗ ਇੰਡੈਕਸ। ਰੀਅਲ ਵੇਜਿਸ ਦਾ ਫਾਰਮੂਲਾ ਅਸੀਂ ਪਹਿਲੇ ਵੀ ਡਿਸਕਸ ਕੀਤਾ, ਰੀਅਲ ਇਨਕਮ ਵਾਲਾ ਹੀ ਸੇਮ ਕਿ ਮਨੀ ਵੇਜਿਸ। ਹੁਣ ਇਹਦੇ ਤੋਂ ਅਸੀਂ ਰੀਅਲ ਵੇਜਿਸ ਕਿਸ ਤਰ੍ਹਾਂ ਕਾਸਟ ਆਫ ਲਿਵਿੰਗ ਇੰਡੈਕਸ ਨੰਬਰ ਜਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੰਬਰ ਦੀ ਹੈਲਪ ਨਾਲ ਫਾਈਂਡ ਕਰ ਸਕਦੇ ਹਾਂ। ਸੋ ਦੈਟ ਇਜ਼
real wages is equal to money wages divided by cost of living index into 100। सो हुण ये जिहड़ा कंज्यूमर प्राइस इंडेक्स नंबर है ये तो असीं ये देख लिया कि ये इंडेक्स अगर सानू गिवन होवे तो उहदे तो असीं परचेजिंग पावर भी फाइंड कर सकते हैं मनी दी ते रियल वेजिस भी फाइंड कर सकते हैं। हुण ये असल च फाइंड किद्दां करना कॉस्ट ऑफ लिविंग इंडेक्स या कंज्यूमर प्राइस इंडेक्स इनू फाइंड करन दे साडे कोल दो मैथड आ। एक मैथड हैगा एग्रीगेट एक्सपेंडिचर मैथड, दूजा मैथड हैगा साडे कोल फैमिली बजट मैथड। हुण जिहड़ा एग्रीगेट एक्सपेंडिचर मैथड हैगा आ इहदे विच साडे कोल सिर्फ एक फॉर्मूला आ और फैमिली बजट मैथड दे विच साडे कोल दो अगे तरीके आ, एक ते बाय यूजिंग अरिथमैटिक मीन एंड दूसरा हैगा बाय ज्योमैट्रिक मीन। हुण असीं ये दोनों मैथड जिहड़े एग्रीगेट एक्सपेंडिचर मैथड एंड फैमिली बजट मैथड इहदी हैल्प नाल देखांगे कि असीं किस तरह कंज्यूमर प्राइस इंडेक्स फाइंड कर सकते हैं। तो जो एग्रीगेट एक्सपेंडिचर मैथड है वो सेम फॉर्मूला है एज लैसपेयर्स मैथड। तो लैसपेयर मैथड असी कीता सीगा वेटेड इंडेक्स मीन नंबर फाइंड करने लई सेम फॉर्मूला आ। सानू सिंपली की चाहिदा आ प्राइसिस ऑफ वेस्ट ईयर, क्वांटिटी ऑफ वेस्ट ईयर एंड इदां अलग अलग चीज़ों के लिए प्राइसिस ऑफ न्यू ईयर एंड क्वांटिटी ऑफ प्रीवियस ईयर्स। तो इनू असी यूज़ करके जिहड़ा आ ये फाइंड कर सकते हैं कंज्यूमर प्राइस इंडेक्स जिन्हों असीं बोलते हैं एग्रीगेट एक्सपेंडिचर मैथड दे नाल। तो हुण जो नैक्सट मैथड हैगा आ साडे कोल फैमिली बजट मैथड, उहदे विच साडे कोल फर्दर दो तरीके आ। फैमिली बजट मैथड इहदे विच साडे कोल एक तरीका हैगा बाय यूजिंग अरिथमैटिक मीन एंड दूजा हैगा बाय यूजिंग ज्योमैट्रिक मीन। अरिथमैटिक मीन दे नाल CPI फाइंड करन दा तरीका है साडे कोल समेशन PV डिवाइडेड बाय समेशन V। ते इत्थे P साडे कोल हुंदा आ P1 ओवर P0 इंटू 100 एंड V दा मतलब हुंदा आ P0 Q0। ऐदां ही ज्योमैट्रिक मीन दे मैथड दे नाल एंटीलॉग ऑफ CPI is equal to antilog of summation V log P over summation V where P is equal to P1 over P0 into 100 same as arithmetic mean method and V is equal to P0 Q0 and AL मतलब antilog। So ज्योमैट्रिक मीन जिस तरह असीं फाइंड करते हैं उहदे लई इत्थे P फाइंड कर ले P1 ओवर P0 इंटू 100। हुण इहनूं असीं एक एग्जाम्पल की हैल्प दे नाल देखते हैं कि अरिथमैटिक मीन एंड ज्योमैट्रिक मीन यूज़ करके किस तरह असीं फैमिली बजट मैथड दे नाल जिहड़ा कंज्यूमर प्राइस इंडेक्स या कॉस्ट ऑफ लिविंग इंडेक्स फाइंड कर सकते हैं। देखो इस एग्जाम्पल दे विच असीं एक किसी पर्टिकुलर सैक्शन ऑफ कंज्यूमर्स दे लई उन्हां दा देखिया कि वो उन्हां दे कॉस्ट ऑफ लिविंग की है। दैट मीनस कि उन्हां दे अलग अलग चीज़ां दे उपर बेसिकली कुछ ग्रुप्स बना लए इत्थे जिन्हां दे उपर वो खर्च करते हैं एंड एक ग्रुप है फूड रेंट क्लोथिंग फ्यूल एंड मिसलेनियस इस तो इलावा जिहड़े खर्चे आ। हुण ये जिहड़े कंज्यूमर्स आ जिन्ने भी उन्हां दा 35% ऑफ उन्हां दी जो भी इनकम आ फूड ते खर्च हुंदी आ, 15% रेंट ते, 20% क्लोथिंग ते, 10% फ्यूल एंड बाकी जिहड़े अनदर खर्चे हैगे उन्हां ते 20%। हुण देखो चाहे इनू वेट्स कह लो तुसीं कि जिद्दां अरिथमैटिक मीन च असीं वेटेड मीन भी पढ़िया सी, चाहे इनू जिद्दां उहदे च फ्रीकुएंसी एंड वेट्स सेम ही चीज़ हुंदी सी, ऐदां ही इत्थे भी चाहे इनू W लिख लो चाहे V लिख सकते हैं असीं। तो इत्थे वो सिर्फ वेटेज आ कि कितना हिस्सा जिहड़ा आ वो इनकम दा अपना वो यूज़ करदे आ किसी पर्टिकुलर आइटम के उपर कितना कंज्यूम कर रहे उस चीज़ में। सो प्राइसिस उन्होंने चीज़ों के हैगे आ 2010 मतलब P0 बेस ईयर च प्राइसिस ये हैगे आ, P1 मतलब 2015 दे विच ये वाले प्राइसिस आ। हुण असीं जिहड़ा अरिथमैटिक मीन यूज़ करके अगर इन्हां दे फाइंड करना होवे तां फॉर्मूला असीं लिखिया सी समेशन PV ओवर समेशन V वेयर P इज़ इक्वल टू P1 ओवर P0 इंटू 100 एंड V इज़ इक्वल टू P0 Q0। सो हुण क्योंकि ये साडे कोल क्वांटिटी तो गिवन नहीं है तो फिर P0 Q0 तो साडे कोल नहीं आएगा। इहदा मतलब असी इत्थे सिंपल की लवांगे जो साडे कोल फ्रीकुएंसी है दैट इज़ EV इज़ इक्वल टू 100। अगर इत्थे साडे कोल Q0 हुंदा तो फिर असी P0 Q0 करना सी, लेकिन क्वांटिटीज़ गिवन नहीं हैगियां इस करके सिंपली असी जिहड़ा एक्सपेंडिचर परसेंटेज की फॉर्म च दिता होवे चाहे वैसे वेट्स की फॉर्म च दिता होवे तो इनू असी सिंपली
ਐਡ ਕਰਕੇ ਲਿਖ ਲਾਂਗੇ। ਹੁਣ ਦੇਖੋ P ਫਾइंड ਕਰਨ ਲਈ P1 ਓਵਰ P0 ਇੰਟੂ 100, ਜਿੱਦਾਂ ਇੱਥੇ ਕੀ ਹੈਗਾ 174 P1 ਆ, P0 150 ਇੰਟੂ 100, ਇਹਦੀ ਵੈਲਿਊ ਫਾइंड ਕਰ ਲਈ। ਇਹ ਸਾਡੇ ਕੋਲ ਹੈਗੀ ਆ 116। ਅੱਗੇ ਇਸੇ ਤਰ੍ਹਾਂ 120, 125, 125 ਐਂਡ 150 ਆ ਗਈ। ਹੁਣ PW ਕਰਨਾ ਅਸੀਂ ਸਮੇਸ਼ਨ PV ਜਿਹਨੂੰ ਬੋਲ ਸਕਦੇ ਹਾਂ, ਜਾਂ PW ਵੀ ਲਿਖ ਸਕਦੇ ਹਾਂ, ਕਿਉਂਕਿ ਇੱਥੇ ਸਾਡੇ ਕੋਲੇ ਵੇਟਸ ਗਿਵਨ ਆ ਤਾਂ ਇਹਨੂੰ ਵੇਟਸ ਦੀ ਫਾਰਮ 'ਚ ਫਾਰਮੂਲਾ ਅਸੀਂ W ਕਰਕੇ ਵੀ ਲਿਖ ਸਕਦੇ ਹਾਂ। ਹੈ ਸੇਮ ਚੀਜ਼ ਹੀ ਆ ਉਹ V ਵਾਲੀ। ਸੋ ਇੱਥੇ P ਇੰਟੂ W, ਹੁਣ ਆ ਜਿਹੜੀਆਂ P ਵੈਲਿਊਜ਼ ਆਈਆਂ ਇਹਨਾਂ ਨੂੰ W ਦੇ ਨਾਲ ਅਸੀਂ ਮਲਟੀਪਲਾਈ ਕਰ ਲਿਆ। 116 ਇੰਟੂ 35, ਇੱਦਾਂ ਹੀ 120 ਇੰਟੂ 15, 125 into 20, 1250 and 3000। सो summation PW ਸਾਡੇ ਕੋਲ ਆ ਗਿਆ 12610। ਇਹਨੂੰ ਹੁਣ ਜਦੋਂ ਇੱਥੇ ਅਸੀਂ ਵੈਲਿਊਜ਼ ਪੁੱਟ ਕੀਤੀਆਂ ਫਾਰਮੂਲੇ ਦੇ ਵਿੱਚ ਤਾਂ ਸਾਡੇ ਕੋਲ ਆਨਸਰ ਜਿਹੜਾ ਉਹ ਆ ਗਿਆ 126.10। ਇਹ ਸਾਡੇ ਕੋਲ ਆ ਗਿਆ ਪ੍ਰਾਈਸ ਇੰਡੈਕਸ। ਸੋ ਦਿਸ ਇਜ਼ ਪ੍ਰਾਈਸ ਇੰਡੈਕਸ। ਹੁਣ ਅਗਰ ਅਸੀਂ ਇਨਕਰੀਜ਼ ਦੇਖਣਾ ਹੋਵੇ ਕਿ 2010 ਦੇ ਮੁਕਾਬਲੇ 2015 ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਲਈ ਓਵਰਆਲ ਪ੍ਰਾਈਸ ਲੈਵਲ ਦੇ ਵਿੱਚ ਕਿੰਨਾ ਇਨਕਰੀਜ਼ ਆਇਆ, ਪਰਸੈਂਟੇਜ ਇਨਕਰੀਜ਼ ਇਨ ਪ੍ਰਾਈਸਿਸ ਇਨ 2015, ਕੀ ਕਰਾਂਗੇ ਦੇਖੋ 2010 ਦੇ ਵਿੱਚ ਦੇਖਾਂਗੇ ਕਿ 2010 ਦਾ ਜਿਹੜਾ ਉਹਨੂੰ ਅਸੀਂ ਕਿਉਂਕਿ ਬੇਸ ਈਅਰ ਲਿਆ ਤੇ ਬੇਸ ਈਅਰ ਦੇ ਲਈ ਫਿਰ ਅਸੀਂ ਪਰਸੈਂਟੇਜ ਕੀ ਲੈਂਦੇ ਹਾਂ 100। ਹੁਣ ਸਾਡੇ ਕੋਲ ਕਿੰਨੀ ਆਈ ਆ 126.10, ਦੋਹਾਂ ਦਾ ਡਿਫਰੈਂਸ ਆ ਗਿਆ 26.1। ਇਹ 26.1% ਇਨਕਰੀਜ਼ ਆਇਆ ਪ੍ਰਾਈਸਿਸ ਦੇ ਵਿੱਚ 2010 ਦੇ ਮੁਕਾਬਲੇ 2015 ਦੇ ਵਿੱਚ। ਸੋ ਦਿਸ ਇਜ਼ ਆਰ ਆਨਸਰ। ਸੋ ਇੱਦਾਂ ਹੀ ਅਸੀਂ ਜਿਹੜਾ ਆ ਉਹ ਜਿਓਮੈਟ੍ਰਿਕ ਮੀਨ ਦਾ ਮੈਥਡ ਵੀ ਅਪਲਾਈ ਕਰ ਸਕਦੇ ਹਾਂ। ਤਾਂ ਜਿਓਮੈਟ੍ਰਿਕ ਮੀਨ ਦੇ ਲਈ ਵੀ ਸਾਨੂੰ ਕੀ ਹੈਗਾ ਚਾਹੀਦਾ ਕਿ ਅਗਰ ਕੋਈ ਕੁਆਂਟੀਟੀਜ਼ ਗਿਵਨ ਹੈਗੀਆਂ ਆ ਤਾਂ ਉਹਦੇ ਅਕੋਰਡਿੰਗ ਫਿਰ ਅਸੀਂ ਸਮੇਸ਼ਨ V log P ਫਾਈਂਡ ਕਰਾਂਗੇ। ਹੁਣ ਜਿੱਦਾਂ ਇੱਥੇ P ਤਾਂ ਸਾਡੇ ਕੋਲ ਆਈ ਗਿਆ, ਹੁਣ ਇਹਦੇ ਤੋਂ ਅਸੀਂ log P ਫਾਈਂਡ ਕਰਨਾ ਹੋਵੇ ਤਾਂ ਕੀ ਕਰਾਂਗੇ, ਆਹ ਜਿਹੜੀਆਂ ਵੈਲਿਊਜ਼ ਦਿੱਤੀਆਂ ਆ ਇਹਨਾਂ ਤੋਂ log P ਫਾਈਂਡ ਕਰਾਂਗੇ, ਫਿਰ ਉਹਨੂੰ W ਦੇ ਨਾਲ ਮਲਟੀਪਲਾਈ ਕਰਾਂਗੇ, ਦੈਨ ਸਾਡੇ ਕੋਲ ਆ ਜਾਏਗਾ ਸਮੇਸ਼ਨ W log P। ਤਾਂ ਇੱਕ ਸਟੈਪ ਹੋਰ ਵੱਧ ਜਾਏਗਾ, ਉਹ ਕਿਹੜਾ ਕਿ ਇੱਥੇ ਅਸੀਂ ਆਹ ਜਿਹੜੀਆਂ P ਵੈਲਿਊਜ਼ ਆਈਆਂ ਇਹਨਾਂ ਦੇ ਲਈ ਪਹਿਲੇ log P ਫਾਈਂਡ ਕਰਾਂਗੇ, ਦੈਨ ਮਲਟੀਪਲਾਈ ਕਰਕੇ ਜਿਹੜਾ ਆ ਫਿਰ ਸਾਡੇ ਕੋਲ ਆਏਗਾ ਸਮੇਸ਼ਨ W log P। ਹੁਣ ਇੱਥੇ ਅਸੀਂ ਸਮੇਸ਼ਨ ਜੋ log P ਸਮੇਸ਼ਨ W log P ਫਾਈਂਡ ਕੀਤਾ, ਉਹ ਆ ਗਿਆ 209.8745। ਫਾਰਮੂਲਾ ਕੀ ਹੈ, ਐਂਟੀਲੌਗ ਆਫ ਸਮੇਸ਼ਨ W log P ਓਵਰ ਸਮੇਸ਼ਨ W। ਜਦੋਂ ਅਸੀਂ 100 ਨਾਲ ਡਿਵਾਈਡ ਕੀਤਾ ਤੇ ਐਂਟੀਲੌਗ ਆਫ 2.098745 ਆ ਗਿਆ। ਹੁਣ ਇਹ ਕਿਉਂਕਿ ਐਂਟੀਲੌਗ ਦੇ ਵਿੱਚ ਵੀ ਸਾਨੂੰ 4 ਹੀ ਵੈਲਿਊਜ਼ ਦਾ ਆਨਸਰ ਮਿਲਣਾ, ਇਸ ਕਰਕੇ ਆ ਕਰੈਕਟਰਿਸਟਿਕ ਤੋਂ ਬਾਅਦ ਸਾਡੇ ਕੋਲ ਇੱਥੇ ਮੈਂਟਿਸ ਦੇ ਵਿੱਚ 6 ਵੈਲਿਊਜ਼ ਆ, 6 ਡਿਜਿਟਸ ਆ, 6ਾਂ ਦੇ ਵਿੱਚੋਂ ਅਸੀਂ 4 ਹੀ ਰੱਖਣੇ ਆ ਤੇ ਜਿਹੜੇ ਪਿਛਲੇ 2 ਆ ਇਹਨਾਂ ਨੂੰ ਰਾਊਂਡ ਆਫ ਕਰ ਲਿਆ। ਇੱਥੇ 7 ਸੀ, ਇਹਦੀ ਜਗ੍ਹਾ ਮੈਂ 8 ਲਿਖ ਲਿਆ, ਤਾਂ ਰਾਊਂਡ ਆਫ ਕਰਕੇ ਅਸੀਂ ਵੈਲਿਊ ਨੂੰ ਲਿਖ ਲਿਆ। ਹੁਣ ਇਸ ਵੈਲਿਊ ਦਾ ਮੈਂ ਐਂਟੀਲੌਗ ਜਿਹੜਾ ਲਿਖ ਲਾਂਗੀ ਵੈਲਿਊ, ਦੇਖੋ ਇਹ 0.0988 ਦੀ ਵੈਲਿਊ ਸਾਡੇ ਕੋਲ ਬਣ ਗਈ ਐਂਟੀਲੌਗ ਦੇ ਵਿੱਚ 1255। ਹੁਣ ਇੱਥੇ ਕਰੈਕਟਰਿਸਟਿਕ ਹੈਗਾ 2 2 + 1 3, 3 ਡਿਜਿਟ ਛੱਡ ਕੇ ਡੈਸੀਮਲ ਲਾਇਆ, ਆਨਸਰ ਆ ਗਿਆ 125.5। CPI ਆ ਗਿਆ ਸਾਡੇ ਕੋਲ, CPI ਵੈਲਿਊ ਕਿੰਨੀ ਆ ਗਈ 125.5। ਤਾਂ ਇਨਕਰੀਜ਼ ਪਰਸੈਂਟੇਜ ਇਨਕਰੀਜ਼ ਅਸੀਂ ਦੇਖਣਾ ਹੋਵੇ ਇਨ ਪ੍ਰਾਈਸਿਸ, ਇਹ ਕਿੰਨਾ ਆ ਗਿਆ 125.5 ਤੇ ਬੇਸ ਕਿੰਨਾ ਲਈਦਾ 100। 2015 ਦੇ ਮੁਕਾਬਲੇ 2010 ਦੇ ਵਿੱਚ ਜਿਓਮੈਟ੍ਰਿਕ ਮੀਨ ਯੂਜ਼ ਕਰਕੇ ਅਸੀਂ CPI ਦੇਖਿਆ ਕਿ ਕਿੰਨੇ ਪਰਸੈਂਟੇਜ ਇਨਕਰੀਜ਼ ਆਇਆ ਪ੍ਰਾਈਸਿਸ ਦੇ ਵਿੱਚ, ਦੈਟ ਇਜ਼ 25.5%। ਤੋ ਅਰਿਥਮੈਟਿਕ ਮੀਨ ਦੇ ਨਾਲ ਸੀ 26.1 ਤੇ ਜਿਓਮੈਟ੍ਰਿਕ ਮੀਨ ਦੇ ਨਾਲ ਆਇਆ ਸਾਡੇ ਕੋਲ ਇਨਕਰੀਜ਼ 25.5%। ਸੋ ਇਸ ਤਰ੍ਹਾਂ ਕਰਕੇ ਅਸੀਂ ਜਿਹੜਾ ਅਗਰ ਕੁਆਂਟੀਟੀ ਗਿਵਨ ਹੋਵੇ ਤਾਂ ਫਿਰ ਸਾਡੇ ਕੋਲ V ਦੀ ਵੈਲਿਊ ਜਿਹੜੀ ਆ ਉਹ ਚੇਂਜ ਹੋ ਕੇ ਬਣ ਜਾਂਦੀ P0 Q0। ਤੋ ਉਹਦੇ ਨਾਲ ਅਸੀਂ ਜਿਹੜਾ ਇਹ ਵੈਲਿਊਜ਼ ਫਾਈਂਡ ਕਰ ਸਕਦੇ ਹਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਲਈ। ਸੋ ਦਿਸ ਇਜ਼ ਆਲ ਅਬਾਊਟ ਡਿਫਲੇਟਿੰਗ ਐਂਡ finding consumer price index numbers.